ਲੋਕਾਂ ਨੇ ਸਾਨੂੰ ਬਹੁਤ ਵੱਡੀਆਂ ਆਸਾਂ ਕਰਕੇ ਚੁਣਿਆ ਕਿ ਆਹ ਸਾਡੇ ਕਮਿਊਨਿਟੀ ਦੇ ਜਿਹੜੇ ਮਸਲੇ ਹੱਲ ਹੋਣਗੇ। ਜੇ ਅਸੀਂ ਉਹਨਾਂ 'ਤੇ ਗੌਰ ਨਹੀਂ ਕਰਦੇ ਤਾਂ ਫਿਰ ਬਹੁਤ ਤੁਹਾਡਾ ਵੀ ਨੁਕਸਾਨ ਹੈ, ਭਾਈਚਾਰੇ ਦਾ ਵੀ ਨੁਕਸਾਨ ਹੈ ਤੇ ਆਉਣ ਵਾਲੇ ਫਿਊਚਰ ਦੇ ਵਿੱਚ ਹੀ ਨੁਕਸਾਨ ਹੈ। ਜਿਹੜੇ ਵੀ ਸਿਆਸਤਦਾਨ ਨੇ, ਭਾਵੇਂ ਉਹ ਕਾਉਂਸਲਰ, ਭਾਵੇਂ ਉਹ MPP ਜਾਂ MPs ਨੇ, ਜਿਹੜੀ ਵੀ ਪਾਰਟੀ ਦੇ ਨੇ, ਉਹਨਾਂ ਤੋਂ ਉਹਨਾਂ ਦੇ ਕੰਮਾਂ ਦੀ ਜਵਾਬਦੇਹੀ ਪਹਿਲਾਂ ਔਰ ਆਪਣੇ ਪ੍ਰੋਗਰਾਮਾਂ ਦੀ ਅਟੈਂਡੈਂਸ ਬਾਅਦ ਚੋਂ ਲਾਓਗੇ। ਆਪਣਾ ਟੌਰ ਵਿਖਾਉਣ ਵਾਸਤੇ ਕਿ ਵੇਖੋ ਜੀ ਸਾਡੇ ਪ੍ਰੋਗਰਾਮ ਤੇ MP ਆਇਆ, ਸਾਡੇ ਪ੍ਰੋਗਰਾਮ ਤੇ MPP ਆਇਆ ਜਾਂ ਕਾਉਂਸਲਰ ਜਾਂ ਮੇਅਰ ਆਇਆ। देखो ये बिल्कुल गलत रुझान है। जो हमारे रिप्रेजेंटेटिव हैं, चाहे वो किसी भी लेवल के हों, वो सारे इवेंट्स में बिजी होते हैं, एक के बाद मंडे टू संडे कहूँगा मैं, 24 घंटे बिजी होते हैं। उनके पास हमारे लिए काम करने का टाइम नहीं है। ਅਸੀਂ ਚਾਹੁੰਦੇ ਹਾਂ ਵੀ ਇਹ ਸਾਰੇ ਜਿਹੜੇ ਨੁਮਾਇੰਦੇ ਅਸੀਂ ਸਿਲੈਕਟ ਕੀਤੇ ਹੋਏ ਆ, ਇਹ ਸਾਡੇ ਵਿੱਚ ਆਉਣ, ਸਾਡੇ ਵਿੱਚ ਵਿਚਰਨ, ਜਿਹੜਾ ਉਹਨਾਂ ਦੇ ਆਫਿਸਿਸ ਖੋਲ੍ਹੇ ਆ ਉੱਥੇ ਉਸ ਚੀਜ਼ ਨੂੰ ਕੰਮ ਤੇ ਲਗਾਉਣ। आजकल के जो पॉलिटिशियंस वगैरह का फोकस हो गया है कि इवेंट्स में जाना, छोटे छोटे इवेंट्स और अपनी फ़ोटो ऑप्स करवाना, दैट इज़ शुड नॉट बी द प्रायोरिटी फॉर अ पॉलिटिशियन। ਪ੍ਰਾਈਮ ਵਿਊਜ਼ ਦੇ ਪ੍ਰੋਗਰਾਮ 'ਚ ਸਾਰਿਆਂ ਦਾ ਸਵਾਗਤ ਹੈ। ਅਸੀਂ ਅੱਜ ਜਿਹੜਾ ਇਸ਼ੂ, ਜਿਹੜਾ ਮੁੱਦਾ, ਜਿਹੜਾ ਟੌਪਿਕ ਗੱਲ ਕਰਨ ਜਾ ਰਹੇ ਹਾਂ, ਅਸੀਂ ਪਬਲਿਕ ਵਿਊ ਲਵਾਂਗੇ, ਓਪੀਨੀਅਨ ਲਵਾਂਗੇ ਕਿ ਕੈਨੇਡਾ ਦੇ ਅੰਦਰ ਲਾਈਫ ਆਫ ਅ ਪੋਲੀਟੀਸ਼ੀਅਨ, ਅਸੀਂ ਜਿਹਨੂੰ ਚੁਣ ਕੇ ਭੇਜਦੇ ਹਾਂ, ਚਾਹੇ ਉਹ ਮਿਊਨਿਸਪਲ ਲੈਵਲ ਤੇ ਹੋਏ, ਚਾਹੇ ਪ੍ਰੋਵਿੰਸ ਲੈਵਲ ਤੇ ਹੋਏ, ਚਾਹੇ ਉਹ ਫੈਡਰਲ ਲੈਵਲ ਤੇ ਹੋਏ, ਸਾਡੇ ਚੁਣੇ ਹੋਏ ਨੁਮਾਇੰਦੇ, ਸਾਡੇ ਰਿਪਰੈਜ਼ੈਂਟੇਟਿਵ ਜਿਨ੍ਹਾਂ ਨੂੰ ਇਲੈਕਟ ਕੀਤਾ ਜਾਂਦਾ ਹੈ, ਉਹਨਾਂ ਦੀ ਵੀ ਇੱਕ ਲਾਈਫ ਹੈ। ਆਫ ਕੈਮਰਾ ਬੜੀ ਵਾਰ ਗੱਲ ਹੋਈ ਹੈ, ਉਹਨਾਂ ਨੂੰ ਵੀ ਆਹੀ ਲੱਗਦਾ ਕਿ ਮੰਡੇ ਟੂ ਸੰਡੇ ਉਹਨਾਂ ਦੀ ਲਾਈਫ ਬਹੁਤ ਜ਼ਿਆਦਾ ਆਕੂਪਾਈਡ ਹੈ, ਕਿਉਂਕਿ ਕਿੱਥੇ ਸੋਸ਼ਲ ਰਿਸਪੌਂਸਿਬਿਲਿਟੀ। ਅਸੀਂ ਤੁਸੀਂ ਆਪਣੇ ਘਰ ਬਰਥਡੇ ਪਾਰਟੀ ਹੋਏ, ਸਾਡੇ ਘਰ ਵੈਡਿੰਗ ਹੋਏ, ਸਾਡੇ ਘਰ ਅਖੰਡ ਪਾਠ ਹੋਏ, ਕੋਈ ਭੋਗ ਹੋਏ, ਕੋਈ ਵੀ ਸਾਡੇ ਕੋਈ ਰਿਲੀਜੀਅਸ ਫੰਕਸ਼ਨ ਹੋਏ ਜਾਂ ਕੁਝ ਵੀ ਹੋਏ, ਅਸੀਂ ਗ੍ਰੈਂਡ ਓਪਨਿੰਗ ਕਰਨੀ ਹੁੰਦੀ ਹੈ। ਸਾਡਾ ਹੁੰਦਾ ਕਿ ਅਸੀਂ ਆਪਣੇ ਇਲੈਕਟਿਡ ਰਿਪਰੈਜ਼ੈਂਟੇਟਿਵ ਨੂੰ ਕਾਲ ਕਰੀਏ, ਬੁਲਾਈਏ, ਉਹ ਵੀ ਸ਼ਮੂਲੀਅਤ ਕਰਨ, ਔਰ ਉਹ ਜਦ ਆਉਂਦੇ ਆ ਇੱਕ ਸਰਟੀਫਿਕੇਟ ਲੈ ਕੇ ਆਉਂਦੇ ਆ, ਚਾਹੇ ਉਹ ਬਰਥਡੇ ਪਾਰਟੀ ਹੋਏ, ਬਰਥਡੇ ਪਾਰਟੀ 'ਤੇ ਵੀ ਇੱਕ ਸਰਟੀਫਿਕੇਟ ਦਿੰਦੇ ਆ। ਸੋ ਸਵਾਲ ਆਇਆ, ਮੁੱਦਾ ਆਇਆ ਕਿ ਕੀ ਆ ਠੀਕ ਟ੍ਰੈਂਡ ਹੈ, ਕਿਉਂਕਿ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਉਹਨਾਂ ਦਾ ਇੱਕ ਖਾਸ ਰੋਲ ਹੈ। ਸਾਡੀ ਉਹਨਾਂ ਤੋਂ ਬਹੁਤ ਜ਼ਿਆਦਾ ਐਕਸਪੈਕਟੇਸ਼ਨਸ ਆਏ ਕਿ ਜਿਹੜੇ ਇਸ਼ੂਜ਼ ਹੈ ਸਿਟੀ ਲੈਵਲ ਤੇ ਗੱਲ ਕਰੀਏ, ਮਿਊਨਿਸਪਲ ਤੇ ਇਸ਼ੂ ਮੁੱਦਾ ਹੈ ਕਿ ਸ਼ਹਿਰ ਦੇ ਅੰਦਰ ਕਲੀਨਿਨੈਸ, ਸਫਾਈ ਕੀ ਉਹ ਹੈਗੀ ਹੈ, ਕੀ ਲਾਈਟਾਂ ਚੱਲ ਰਹੀਆਂ, ਕੀ ਇੱਥੇ ਪੇੜ ਜਿਹੜੇ ਉਹ ਡੈਡ ਤਾਂ ਨਹੀਂ ਹੋ ਰਹੇ। ਸੋ ਸਿਟੀ ਦੇ ਮੁੱਦੇ, ਪ੍ਰੋਵਿੰਸ ਦੇ ਮੁੱਦੇ ਵੀ ਬਹੁਤ ਹੈ। ਪਲਾਜ਼ਿਆਂ 'ਚ ਲੜਾਈ ਝਗੜੇ ਚੱਲਦੇ ਹੈ, ਪਲਾਜ਼ਿਆਂ 'ਚ ਬਹੁਤ ਕੁਝ ਚੱਲਦਾ ਹੈ। ਪ੍ਰੋਵਿੰਸ ਦੇ ਪੁਲਿਸ ਦੀ ਕਾਰ ਜੈਕਿੰਗ ਦੀ ਘਟਨਾ ਹੈ, ਹਰ ਰੋਜ਼ ਇੱਕ ਕਾਰ ਚੋਰੀ ਹੋ ਰਹੀ ਹੈ, 24 ਤੋਂ ਵੱਧ ਗੱਡੀਆਂ ਰੋਜ਼ ਦੀਆਂ ਚੋਰੀ ਹੋ ਰਹੀਆਂ। ਪ੍ਰੋਵਿੰਸ ਦੇ ਮੁੱਦੇ, ਫੈਡਰਲ ਦੇ ਮੁੱਦੇ, ਇਮੀਗ੍ਰੇਸ਼ਨ ਦਾ ਮੁੱਦਾ, ਜਿੱਦਾਂ ਅਸੀਂ ਗੱਲ ਕਰੀਏ, ਸਾਡੇ ਇੱਥੇ ਜੋ ਐਸਟੈਬਲਿਸ਼ ਫੈਮਲੀਜ਼ ਹੈ, ਬਹੁਤ ਦੇਰ ਤੋਂ ਸੈਟਲਡ ਹੈ, ਉਹਨਾਂ ਦੇ ਨੀਅਰ ਐਂਡ ਡੀਅਰ ਵਨਸ ਨੂੰ ਵੀਜ਼ਾ, ਉਹਨਾਂ ਦੇ ਆਪਣੇ ਵੈਡਿੰਗਸ 'ਤੇ, ਫੰਕਸ਼ਨਸ 'ਤੇ, ਫੈਮਲੀ ਨੀਅਰ ਡੀਅਰ ਵਨਸ ਤੋਂ ਓਵਰਸੀਜ਼ ਤੋਂ ਵੀਜ਼ੇ ਨਹੀਂ ਮਿਲ ਰਹੇ, ਬੈਕਲੌਗ ਬਹੁਤ ਜ਼ਿਆਦਾ ਹੈ। ਸੋ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਡਿਫਰੈਂਟ ਲੈਵਲ ਆਫ ਗੌਰਮੈਂਟਸ 'ਤੇ, ਉਹਨਾਂ ਦਾ ਇੱਕ ਰੋਲ ਹੈ ਤਾਂ ਕਿ ਸਾਡੇ ਇਸ਼ੂਜ਼ ਮੁੱਦਿਆਂ 'ਤੇ ਕੰਮ ਕਰਨ, ਆਪਣੇ ਕੌਂਸਟੀਚੁਐਂਸੀ ਆਫਿਸ 'ਚ ਬੈਠਣ। ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਵੀ ਇੱਕ ਫੈਮਿਲੀ ਲਾਈਫ ਹੈ। ਉਹਨਾਂ ਨੂੰ ਅਗਰ 7 ਦਿਨ ਅਸੀਂ ਬੁਲਾਵਾਂਗੇ, ਅਸੀਂ ਹਰ ਫੰਕਸ਼ਨ 'ਤੇ ਚਾਹੁੰਦੇ ਉਹ ਆਉਣ, ਪਾਰਕਾਂ ਦੇ ਅੰਦਰ, ਚਾਹੇ ਕੋਈ ਮੇਲੇ ਹੋਣ, ਸੀਨੀਅਰਸ ਦੇ ਫੰਕਸ਼ਨਸ ਹੋਣ, ਤੀਆਂ ਦੇ ਮੇਲੇ ਹੋਣ ਜਾਂ XYZ ਕੋਈ ਵੀ ਚੀਜ਼ ਹੋਏ, ਉਹਨਾਂ ਨੂੰ ਉੱਥੇ ਆਉਣਾ ਪੈਂਦਾ ਹੈ। ਨਹੀਂ ਆਉਗੇ ਤੇ ਅਸੀਂ ਤੁਸੀਂ ਕੰਪਲੇਂਟ ਕਰਦੇ ਹਾਂ ਕਿ ਉਹ ਸਾਡੇ ਫੰਕਸ਼ਨਸ 'ਤੇ ਮੌਜੂਦ ਨਹੀਂ ਹੁੰਦੇ, ਉਹਨਾਂ ਦਾ ਕੁਝ ਈਗੋ ਆ ਗਿਆ। ਲੇਕਿਨ ਅਗਰ ਦੇਖੀਏ ਉਹਨਾਂ ਦੇ ਸ਼ੂਜ਼ 'ਚ, ਉਹਨਾਂ ਨੂੰ ਅਸੀਂ ਕੰਮ ਕਰਨ ਦਈਏ, ਆਫਿਸ 'ਚ ਬੈਠਣ, ਸਾਡੇ ਇਸ਼ੂਜ਼ ਮੁੱਦਿਆਂ 'ਤੇ ਕੰਮ ਕਰਨ। ਔਰ ਬਹੁਤ ਵਾਰ ਦੇਖਿਆ ਗਿਆ ਬਾਰਬੀਕਿਊ ਪਾਰਟੀ ਰੱਖ ਲਈ, XYZ ਕਿਸੇ ਵੀ MP, MPP ਜਾਂ ਕਾਉਂਸਲਰ ਨੇ, ਅਸੀਂ ਜਾਣਦੇ ਹਾਂ, ਅਸੀਂ ਬਾਰਬੀਕਿਊ ਪਾਰਟੀਸ ਅਟੈਂਡ ਕਰਦੇ ਹਾਂ, ਅਸੀਂ ਟਾਊਨ ਹਾਲਸ ਜਾਂ ਕੁਐਸਚਨ ਜਾਂ ਸਵਾਲ, ਤਾਂ ਕਿ ਕੈਨੇਡਾ ਨੂੰ ਕੈਨੇਡਾ ਰਹਿਣ ਦਈਏ। ਕੈਨੇਡਾ 'ਚ ਕੋਈ ਅਗਰ ਕਮੀਆਂ ਆ ਰਹੀਆਂ, ਉਹਨੂੰ ਮਿਲ ਜੁਲ ਕੇ ਕਿੱਦਾਂ ਰਿਜ਼ੋਲਵ ਕਰੀਏ। ਸੋ ਅਸੀਂ ਚੱਲਦੇ ਹਾਂ ਪਬਲਿਕ ਕੋਲ, ਉਹਨਾਂ ਦੇ ਵਿਊ ਜਾਣਦੇ ਹਾਂ ਕਿ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੇ ਕੌਂਸਟੀਚੁਐਂਸੀਜ਼ ਆਫਿਸ 'ਚ ਬੈਠ ਕੇ ਲੋਕਾਂ ਦੀ ਫਾਈਲਾਂ 'ਤੇ ਕੰਮ ਕਰਨਾ ਚਾਹੀਦਾ, ਜਾਂ ਮੰਡੇ ਟੂ ਸੰਡੇ 7 days a week, 365 ਦਿਨ ਸਾਲ ਦੇ, ਅਗਰ ਉਹਨਾਂ ਨੂੰ ਅਸੀਂ ਬਿਜ਼ੀ ਰੱਖਾਂਗੇ ਰੁਝਾਨ 'ਚ, ਤਾਂ ਕਿ ਉਹ ਪਾਰਕਾਂ 'ਚ ਜਾਂ ਸਾਨੂੰ ਸਰਟੀਫਿਕੇਟਸ ਹੀ ਦਿੰਦੇ ਰਹਿਣ, ਸਾਡੇ ਬਰਥਡੇ ਪਾਰਟੀ ਹੀ ਅਟੈਂਡ ਕਰਨ, ਤੇ ਉਹਨਾਂ ਨੂੰ ਟਾਈਮ ਕਿੱਥੋਂ ਮਿਲੂਗਾ ਕੰਮ ਕਰਨ ਦਾ। ਦੂਜਾ ਸਵਾਲ, ਅਕਾਊਂਟੇਬਲ ਰੱਖਣਾ। ਜਿਨ੍ਹਾਂ ਨੂੰ ਚੁਣ ਕੇ ਭੇਜਿਆ ਉਹਨਾਂ ਨੂੰ ਅਸੀਂ ਸਵਾਲ ਪੁੱਛੀਏ, ਅਕਾਊਂਟੇਬਲ ਰੱਖੀਏ ਕਿ ਸਾਡੇ ਵੀਜ਼ੇ ਕਿਉਂ ਰਿਜੈਕਟ ਹੋ ਰਹੇ ਹੈ, ਕੀ ਸਾਡੇ ਸ਼ਹਿਰ ਦੇ ਅੰਦਰ ਕਾਰ ਜੈਕਿੰਗ ਕਿਉਂ ਹੋ ਰਹੀ ਹੈ, ਕ੍ਰਾਈਮ ਕਿਉਂ ਹੋ ਰਿਹਾ, ਜਾਂ ਸਾਡਾ ਸ਼ਹਿਰ ਸਾਫ਼ ਕਿਉਂ ਨਹੀਂ। ਬਰੈਂਪਟਨ ਦੀ ਗੱਲ ਕਰੀਏ ਤਾਂ ਬਰੈਂਪਟਨ ਨੂੰ ਨੈਕਸਟ ਲੈਵਲ 'ਤੇ ਕਿੱਦਾਂ ਲੈ ਕੇ ਜਾ ਸਕਦੇ। ਟੀਮ ਬਰੈਂਪਟਨ ਸਾਰੇ ਚੁਣੇ ਹੋਏ ਨੁਮਾਇੰਦਿਆਂ ਦੀ, ਚੱਲਦੇ ਹਾਂ ਪਬਲਿਕ ਕੋਲ, ਉਹਨਾਂ ਦੇ ਵਿਚਾਰ ਜਾਣਦੇ ਹਾਂ।
ਤੁਸੀਂ ਵੀ ਆਪਣਾ ਕੋਈ ਕਮੈਂਟ ਹੋਇਆ ਜ਼ਰੂਰ ਲਿਖ ਭੇਜੋ ਔਰ ਉਮੀਦ ਹੈ ਕਿ ਅਕਾਊਂਟੇਬਲ ਰੱਖਾਂਗੇ ਅੱਜ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ। ਦੇਖੋ ਨਿਤਨ ਭਾਜੀ, ਇਹਦੇ ਵਿੱਚ ਇਹ ਗੱਲ ਆ ਕਿ ਉਹਦੇ ਵਿੱਚ ਅਸੀਂ ਵੀ ਸ਼ਾਮਲ ਹਾਂ ਲੋਕ, ਕਿ ਅਸੀਂ ਉਹਨਾਂ ਨੂੰ ਇਨਵੀਟੇਸ਼ਨ ਦਿੰਦੇ ਆ। ਅਸੀਂ ਆਪਣਾ ਲੋਕਾਂ ਦੇ ਵਿੱਚ, ਆਪਣੇ ਰਿਸ਼ਤੇਦਾਰਾਂ ਦੇ ਵਿੱਚ ਆਪਣਾ ਟੌਰ ਵਿਖਾਉਣ ਵਾਸਤੇ ਕਿ ਵੇਖੋ ਜੀ ਸਾਡੇ ਪ੍ਰੋਗਰਾਮ ਤੇ MP ਆਇਆ, ਸਾਡੇ ਪ੍ਰੋਗਰਾਮ ਤੇ MPP ਆਇਆ, ਜਾਂ ਕਾਉਂਸਲਰ ਜਾਂ ਮੇਅਰ ਆਇਆ। ਦੇਖੋ ਇਹ ਬਿਲਕੁਲ ਗਲਤ ਰੁਝਾਨ ਹੈ। ਸਾਨੂੰ ਜੇ ਆਪਾਂ ਕੋਈ ਆਪਣੇ ਚੁਣੇ ਹੋਏ ਨੁਮਾਇੰਦੇ MP ਨੇ, MPP ਨੇ, ਕਾਉਂਸਲਰ ਨੇ, ਮੇਅਰ ਨੇ, ਉਹਨਾਂ ਨੂੰ ਉਹਨਾਂ ਦੇ ਆਫਿਸ ਦੇ ਵਿੱਚ ਕੰਮ ਕਰਨ ਦੇਣਾ ਚਾਹੀਦਾ। ਸਾਨੂੰ ਉਹਨਾਂ ਨੂੰ ਆਪਣੇ ਮੁੱਦੇ ਦੱਸਣੇ ਚਾਹੀਦੇ ਨੇ ਕਿ ਸਾਨੂੰ ਇਹਨਾਂ ਚੀਜ਼ਾਂ ਦੀ ਲੋੜ ਆ, ਇਹਨਾਂ ਚੀਜ਼ਾਂ ਨੂੰ ਤੁਸੀਂ ਕਰਕੇ ਸਾਨੂੰ ਦੱਸੋ। ਪਰ ਇਹਦੇ ਬਿਲਕੁਲ ਉਲਟ ਹੋ ਰਿਹਾ ਜੀ, ਕਿਉਂਕਿ ਜੇ ਕੋਈ MP ਜਾਂ MPP ਸਾਡੇ ਪ੍ਰੋਗਰਾਮ ਤੇ ਨਹੀਂ ਆਉਂਦਾ ਤੇ ਅਸੀਂ ਉਹਦੇ ਨਾਲ ਨਾਰਾਜ਼ ਹੋ ਜਾਂਦੇ ਹਾਂ ਕਿ ਅਸੀਂ ਇਹਨਾਂ ਨੂੰ ਪ੍ਰੋਗਰਾਮ ਵਾਸਤੇ ਇਨਵੀਟੇਸ਼ਨ ਦਿੱਤੀ ਸੀ ਤੇ ਇਹ ਆਏ ਨਹੀਂ। ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਕਿ ਉਹਨਾਂ ਨੂੰ ਇਸ ਕੰਮ ਵਾਸਤੇ ਇਨਕਰਜ ਕਰੀਏ ਕਿ ਜਿਹੜੇ ਸਾਡੇ ਮੁੱਦੇ ਨੇ ਉਹ ਉਹਨਾਂ ਨਾਲ ਉਠਾਏ ਜਾਣ ਤੇ ਉਹਨਾਂ ਮੁੱਦਿਆਂ ਦੇ ਉਹ ਸਾਨੂੰ ਜਵਾਬ ਲਿਆ ਕੇ ਦੇਣ। ਪਰ ਜਿਹੜਾ ਹੋ ਰਿਹਾ ਬਿਲਕੁਲ ਇਸ 'ਤੇ ਗਲਤ ਹੋ ਰਿਹਾ ਜੀ, ਕਿ ਅਸੀਂ ਸਿਰਫ ਉਹਨਾਂ ਨੂੰ ਆਪਣੇ ਭੋਗਾਂ ਤੇ, ਆਪਣੇ ਵਿਆਹਾਂ ਤੇ ਸੱਜਣ ਵਾਸਤੇ ਰੱਖਿਆ ਹੋਇਆ ਵਾ, ਪਰ ਜਿਹੜੇ ਕੰਮ ਨੇ ਕਮਿਊਨਿਟੀ ਤੇ ਅਸੀਂ ਉਹਨਾਂ ਨੂੰ ਉਹ ਕਹਿ ਹੀ ਨਹੀਂ ਰਹੇ। ਮੈਂ ਸਮਝਦਾ ਕਿ ਜਿਹੜਾ ਵਿਅਕਤੀ ਲੋਕਾਂ ਵੱਲੋਂ ਚੁਣਿਆ ਜਾਂਦਾ ਉਹਦੀਆਂ ਬਹੁਤ ਸਾਰੀਆਂ ਰਿਸਪੌਂਸੀਬਿਲਟੀਜ਼ ਹੈ, ਜ਼ਿੰਮੇਵਾਰੀਆਂ ਨੇ। ਠੀਕ ਹੈ ਕਿ ਸਾਡਾ ਜਿਹੜਾ ਟਰਡੀਸ਼ਨ ਹੈ ਪੰਜਾਬੀਆਂ ਦਾ ਜਾਂ ਸਾਊਥ ਏਸ਼ੀਅਨ ਦਾ, ਉਹ ਟਰਡੀਸ਼ਨ ਇਹ ਹੈ ਕਿ ਲੋਕ ਇਨਵਾਈਟ ਕਰਦੇ ਸਾਨੂੰ, ਅਤੇ ਕੋਈ ਫੰਕਸ਼ਨ ਹੈ, ਕੋਈ ਵਿਆਹ ਸ਼ਾਦੀ ਹੈ, ਕੋਈ ਹੋਰ ਸਮਾਗਮ ਹੈ, ਮੈਂ ਕਹਿੰਦਾ ਜਾਓ, ਜ਼ਰੂਰ ਜਾਓ। ਲੇਕਿਨ ਇਹ ਨਿਰਾ ਪਰ ਉਹੀ ਨਹੀਂ ਵੀ ਉਹ ਫੰਕਸ਼ਨ ਅਟੈਂਡ ਕਰ ਲਿਆ, ਉਦੋਂ ਬਾਅਦ ਜਿਹੜੇ ਭਾਈਚਾਰੇ ਦੇ ਮਸਲੇ ਆ, ਜਿਵੇਂ ਇਮੀਗ੍ਰੇਸ਼ਨ ਦਾ ਹੈ, ਸਿਟੀਜ਼ਨਸ਼ਿਪ ਦਾ ਹੈ, ਜਾਂ ਵਿਜ਼ਟਰ ਵੀਜ਼ੇ ਦਾ ਜਾਂ ਕੋਈ ਹੋਰ ਹੈ, ਉਹਦੇ 'ਤੇ ਵੀ ਆਪਣੇ ਦਫ਼ਤਰ ਦੇ ਵਿੱਚ ਬਹਿ ਕੇ ਉਹਨਾਂ ਫਾਈਲਾਂ 'ਤੇ ਗੌਰ ਕੀਤਾ ਜਾਵੇ ਔਰ ਉਹਦੇ 'ਚ ਕੀ ਤੁਹਾਨੂੰ ਕਮੀਆਂ ਆਉਂਦੀਆਂ ਉਹ ਮਿਨਿਸਟਰ ਦੇ ਨਾਲ ਡਿਸਕਸ ਕੀਤਾ ਜਾਵੇ। ਜਿਹੜਾ ਵੀ ਮਿਨਿਸਟਰ ਇਮੀਗ੍ਰੇਸ਼ਨ ਦਾ ਹੈ, ਸਿਟੀਜ਼ਨਸ਼ਿਪ ਦਾ ਹੈ, ਜਾਂ ਰੈਵਨਿਊ ਕੈਨੇਡਾ ਦਾ, ਸੋ ਉਹਨਾਂ 'ਤੇ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਲੋਕਾਂ ਨੇ ਸਾਨੂੰ ਬਹੁਤ ਵੱਡੀਆਂ ਆਸਾਂ ਕਰਕੇ ਚੁਣਿਆ ਕਿ ਆਹ ਸਾਡੇ ਕਮਿਊਨਿਟੀ ਦੇ ਜਿਹੜੇ ਮਸਲੇ ਹੱਲ ਹੋਣਗੇ। ਜੇ ਅਸੀਂ ਉਹਨਾਂ 'ਤੇ ਗੌਰ ਨਹੀਂ ਕਰਦੇ ਤਾਂ ਫਿਰ ਬਹੁਤ ਤੁਹਾਡਾ ਵੀ ਨੁਕਸਾਨ ਹੈ, ਭਾਈਚਾਰੇ ਦਾ ਵੀ ਨੁਕਸਾਨ ਹੈ, ਅਤੇ ਆਉਣ ਵਾਲੇ ਫਿਊਚਰ ਦੇ ਵਿੱਚ ਹੀ ਨੁਕਸਾਨ ਹੈ, ਅਤੇ ਪਾਰਟੀ ਦਾ ਵੀ ਨੁਕਸਾਨ ਹੁੰਦਾ। ਕਿ ਜੇ ਪਾਰਟੀ ਨੂੰ ਉਹ ਆਪਣਾ ਇਨਫਾਰਮ ਨਹੀਂ ਕਰਦੇ, ਦੱਸਦੇ ਨਹੀਂ ਮਿਨਿਸਟਰ ਨੂੰ, ਮਿਨਿਸਟਰ ਤਾਂ ਕਹਿੰਦਾ ਵੀ ਸਭ ਕੁਝ ਠੀਕ ਹੋ ਰਿਹਾ, ਸਭ ਕੁਝ ਠੀਕ ਹੋ ਰਿਹਾ। ਜੇ ਉਹਨੂੰ ਦੱਸਾਂਗੇ ਮਸਲੇ ਮਿਨਿਸਟਰ ਵੀ ਹੱਲ ਕਰੂ, ਪ੍ਰਾਈਮ ਮਿਨਿਸਟਰ ਤੱਕ ਵੀ ਪਹੁੰਚ ਕਰਾਂਗੇ। ਕਈ ਗੱਲਾਂ ਦੀਆਂ ਇੰਟਰਨੈਸ਼ਨਲ ਮੁੱਦੇ ਹੁੰਦੇ ਆ, ਉਹਨਾਂ ਦੇ ਵਿੱਚ ਪ੍ਰਾਈਮ ਮਿਨਿਸਟਰ ਤੱਕ ਵੀ ਪਹੁੰਚ ਕਰਨੀ ਪੈਂਦੀ, ਪ੍ਰਾਈਮ ਮਿਨਿਸਟਰ ਨਾਲ ਮੀਟਿੰਗ ਸੈੱਟ ਕਰਨੀ ਪੈਂਦੀ ਵੀ ਆਹ ਹੈਗੇ। ਜੇ ਹੋਵੇਗਾ ਪਾਰਟੀ ਦਾ ਵੀ ਫਿਊਚਰ ਦੇ ਵਿੱਚ ਭਲਾ ਹੈ, ਪਾਰਟੀ ਦੀ ਹੋਰ ਕਾਮਯਾਬੀ ਹੋਵੇਗੀ। ਜੇ ਅਸੀਂ ਹੁਣ ਫॉर ਦਾ ਟਾਈਮ ਬੀਇੰਗ ਨਹੀਂ ਕਰਦੇ ਇਹਨਾਂ ਗੱਲਾਂ ਨੂੰ ਤਾਂ ਇਹਦੇ ਵਿੱਚ ਬਹੁਤ ਨੁਕਸਾਨ ਆ। ਮੈਂ ਇਹੀ ਕਹਿੰਦਾ ਕਿ ਦਫ਼ਤਰ ਦੇ ਵਿੱਚ ਵੀ ਹਰੇਕ ਵਿਅਕਤੀ ਨੂੰ ਮਿਲੋ, ਉਹਦੀ ਗੱਲ ਸੁਣੋ, ਜਿਹੜੀਆਂ ਫਾਈਲਾਂ ਉਹਨਾਂ ਨੇ ਦਿੱਤੀਆਂ। ਮੈਂ ਕੀ ਕਰਦਾ ਸੀ, ਜੇ ਕੋਈ ਫਾਈਲ ਹੁੰਦੀ ਸੀ ਮੇਰੀ ਕੋਸ਼ਿਸ਼ ਹੁੰਦੀ ਸੀ ਉਸੇ ਦਿਨ ਹੀ ਉਹ ਫਾਈਲ ਟੇਬਲ 'ਤੇ ਨਹੀਂ ਹੋਣੀ ਚਾਹੀਦੀ, ਉਹਦਾ ਜੋ ਵੀ ਲੈਟਰ ਬਾਹਰ ਭੇਜਿਆ ਜਾਵੇ ਉਹਦੇ ਲੈਟਰ ਬਾਹਰ ਭੇਜੋ। ਜਾਂ ਫਿਰ ਜਿਹੜੇ ਕਮਿਊਨਿਟੀ ਦੇ ਹੋਰ ਕਾਮਨ ਲੋਕ ਮਿਲਣਾ ਚਾਹੁੰਦੇ ਤੁਹਾਨੂੰ, ਠੀਕ ਹੈ, ਉਹਨੂੰ ਟਾਈਮ ਦਿਓ, ਖੁੱਲ੍ਹਾ ਟਾਈਮ ਦਿਓ ਵੀ ਭਾਈ ਤੁਸੀਂ ਆਓ, ਉਹਨਾਂ ਦੀ ਗੱਲ ਸੁਣੋ। ਜਿਹੜੇ ਵੀ ਮਹਿਕਮੇ ਦੇ ਨਾਲ ਕੰਸਰਨ ਗੱਲਬਾਤ ਆ ਉਹ ਉਸ ਮਹਿਕਮੇ ਨੂੰ ਇਨਫਾਰਮ ਕਰੋ, ਉਸ ਮਿਨਿਸਟਰ ਨੂੰ ਇਨਫਾਰਮ ਕਰੋ। ਜੇ ਕੋਈ ਪ੍ਰਾਈਮ ਮਿਨਿਸਟਰ ਦੇ ਨਾਲ ਸੰਬੰਧਿਤ ਹੈ, ਪ੍ਰਾਈਮ ਮਿਨਿਸਟਰ ਨੂੰ ਵੀ ਦੱਸਣਾ ਚਾਹੀਦਾ। ਝਿਜਕ ਨਹੀਂ, ਪ੍ਰਾਈਮ ਮਿਨਿਸਟਰ ਵੀ ਇੱਕ MP ਸੀ, ਸਾਡੇ ਵਾਂਗੂ ਵੀ MP ਸੀ, MP ਤੋਂ ਪ੍ਰਾਈਮ ਮਿਨਿਸਟਰ ਬਣਿਆ। ਇਸ ਤਰ੍ਹਾਂ ਜਿਹੜਾ ਮਿਨਿਸਟਰ ਆ ਉਹ ਵੀ ਇੱਕ MP ਤੋਂ ਮਿਨਿਸਟਰ ਬਣਿਆ। ਸਾਨੂੰ ਕਿਸੇ ਤੋਂ ਝਿਜਕਣਾ ਨਹੀਂ ਚਾਹੀਦਾ, ਖੁੱਲ੍ਹਦੀ ਰਹਿਣਾ ਉਹਨਾਂ ਨਾਲ ਗੱਲ, ਝਿਜਕ ਤੋਂ ਬਗੈਰ ਗੱਲ ਕਰਕੇ ਦੱਸਣਾ ਚਾਹੀਦਾ ਆਹ ਸਾਡੇ ਕੰਸਟੀਚੁਐਂਸੀ ਦੇ ਜਾਂ ਬਰੈਂਪਟਨ ਦੇ ਜਿਹੜੇ ਮਸਲੇ। ਮੈਂ ਬਹੁਤਾ ਨਾ ਕਹਿੰਦਾ ਹੋਇਆ ਇੱਕ ਥੋੜ੍ਹੀ ਚੀਜ਼ ਐਡ ਕਰਨਾ ਚਾਹੁੰਦਾ। ਦੇਖੋ, ਪਹਿਲੀ ਗੱਲ ਤਾਂ ਸਾਨੂੰ ਵੀ ਡੋਂਟ ਨੀਡ ਇਲੈਕਸ਼ਨ, ਬਿਕੋਜ਼ ਜਿਹੜੀ ਟਰਨ ਆਊਟ ਹੈ ਬਹੁਤ ਘੱਟ ਪੈਂਦੀ ਆ, ਟੈਕਸ ਪੇਅਰ 'ਤੇ ਬਹੁਤ ਖਰਚਾ ਪੈਂਦਾ ਇਹਦਾ। ਇਹਨਾਂ ਦੀ ਆਪਸ ਵਿੱਚ ਹੀ ਫੁੱਟ ਨੇ, ਟੈਕਸ ਪੇਅਰ ਦਾ ਪੈਸਾ ਬਹੁਤ ਖਾਧਾ, ਬਹੁਤ ਬਰਬਾਦ ਹੋਇਆ। ਅਗਰ ਚਲੋ ਠੀਕ ਇਲੈਕਸ਼ਨ ਡਿਕਲੇਅਰ ਹੋ ਹੀ ਗਈ ਆ, ਇਹਦੀ ਟਰਨ ਆਊਟ ਬਹੁਤ ਘੱਟ ਹੁੰਦੀ ਆ, ਜਿਹੜੀ ਕਿ ਹੋਣੀ ਚਾਹੀਦੀ ਜ਼ਿਆਦਾ, ਕਿਉਂਕਿ ਲੋਕ ਦੁਖੀ ਆ। ਦੇਖੋ, ਕੰਸਰਨ ਸਾਡੇ ਬਹੁਤ ਆ, ਟਾਈਮ ਘੱਟ ਆ। ਤੁਸੀਂ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਊਗਾ ਇਹ ਬੱਚਿਆਂ ਨੂੰ ਘੱਲਦੇ ਆ ਡੋਰ ਨੌਕਿੰਗ ਲਈ। ਨਨ ਆਫ ਦ ਗਾਏ, no matter which ward, they never showed up, ਕਿਉਂਕਿ ਇਹਨਾਂ ਨੂੰ ਡਰ ਆ they will be in question by constituent, by voters, ਇਹ ਡਰਦੇ ਆ। ਅੱਜ ਤੱਕ ਮੇਰੇ ਘਰ ਕੋਈ ਬੰਦਾ ਡੋਰ ਨੌਕਿੰਗ ਨਹੀਂ ਆਇਆ, no matter councillor or mayor or anybody else or trustee or whoever। ਦੇਖੋ, ਸਾਡੇ ਕੋਲ ਹਸਪਤਾਲ ਨਹੀਂ ਹੈ,
ਤੁਹਾਡੇ ਨੈਕਸਟ ਡੋਰ ਮਿਸਾਗਾ ਵਿੱਚ 3 ਹਸਪਤਾਲ, ਮਿਲਟਨ ਦੇ ਵਿੱਚ ਦੇਖੋ 1 ਹਸਪਤਾਲ, ਔਰ ਜਾਰਜ ਟਾਊਨ ਤੋਂ ਵਨ ਆਫ ਦਾ ਟਾਪ ਨੋਚ। ਸਾਡੀ ਜਨਤਾ ਇੰਨੀ ਦੁਖੀ ਹੋ ਰਹੀ ਆ ਔਰ ਕ੍ਰਾਈਮ ਇੰਨਾ ਵੱਧ ਰਿਹਾ। ਤੁਸੀਂ ਇਹਨਾਂ ਨੂੰ ਪੁੱਛੋ, ਇਹਨਾਂ ਸਾਡੇ ਕੰਸਟੀਚੂਐਂਟ ਨੂੰ, ਇਹਨਾਂ ਦੀ ਕੀ ਵਿਜ਼ਨ ਹੈ, ਇਹਨਾਂ ਦੀ ਕੀ ਪਲਾਨ ਆ ਕ੍ਰਾਈਮ ਰੋਕਣ ਲਈ ਔਰ ਬਰੈਂਪਟਨ ਦੇ ਭਲੇ ਲਈ। ਔਰ ਮੈਂ ਇਹ ਵੀ ਪੁੱਛਣਾ ਚਾਹੁੰਦਾ, ਜਿੰਨੀਆਂ ਦੁਕਾਨਾਂ ਭੰਗ ਦੀਆਂ ਬਰੈਂਪਟਨ 'ਚ ਖੁੱਲੀਆਂ, ਮੇਰੇ ਖਿਆਲ ਕੈਨੇਡਾ 'ਚ ਨਹੀਂ ਹੋਣਗੀਆਂ। ਮੇਰੇ ਕਹਿਣ ਦਾ ਭਾਵ ਆ, ਅੱਜ ਸਾਨੂੰ ਬੀਇੰਗ ਇਨ ਬਰੈਂਪਟਨ ਔਰ ਬਰੈਂਪਟਨ ਰਹਿੰਦੇ ਹੋਏ ਸਾਨੂੰ ਸ਼ਰਮ ਆਉਂਦੀ ਆ। ਅਸੀਂ ਕਿਸੇ ਨੂੰ ਕਹਿੰਦੇ ਸੀ ਕਿਸੇ ਟਾਈਮ ਸੀ ਮਾਣਨਾ, ਓ ਵੀ ਲਿਵ ਇਨ ਬਰੈਂਪਟਨ। ਅੱਜ ਸਾਨੂੰ ਇਹ ਕਹਿਣਾ ਪੈਂਦਾ ਸ਼ਰਮ ਨਾਲ, ਅਸੀਂ ਬਰੈਂਪਟਨ ਰਹਿੰਦੇ ਹਾਂ। ਗੁੱਸਾ ਨਹੀਂ ਕਰਨਾ ਇਸ ਗੱਲ ਦਾ। ਦੇਖੋ ਬਰੈਂਪਟੋਨੀਅਨ, ਪਰ ਪਹਿਲਾਂ ਅਸੀਂ ਪ੍ਰਾਊਡ ਟੂ ਬਰੈਂਪਟੋਨੀਅਨ। ਅੱਜ ਕ੍ਰਾਈਮ ਦੀ ਹੱਦ ਟੁੱਟ ਪਈ ਆ। ਕਾਰਾਂ ਦੀ ਚੋਰੀ, ਇੰਸ਼ੋਰੈਂਸ ਫਰਾਡ ਔਰ ਇੰਨਾ ਕ੍ਰਾਈਮ, ਬੱਚਿਆਂ ਦਾ ਬਲਗਰ ਹੋਣਾ। ਇਹਨਾਂ ਨੂੰ ਪੁੱਛੋ ਵੀ ਇਹਨਾਂ ਦੀ ਵਿਜ਼ਨ ਕੀ ਆ। ਇਹ ਆਪਸ ਵਿੱਚ ਹੀ ਇਹਨਾਂ ਦੀ ਫੁੱਟ ਨੇ ਬਰੈਂਪਟਨ ਨੂੰ ਬਰਬਾਦ ਕਰਤਾ। ਇਹ ਮਤਲਬ ਇਹ ਤਕਨੀਕ ਭੋਗ ਤੇ ਆ ਗਿਆ, ਮਰਨ ਤੇ ਆ ਗਿਆ, ਜੰਮਣ ਤੇ ਆ ਗਿਆ, ਤੁਹਾਨੂੰ ਸਰਟੀਫਿਕੇਟ ਦੇ ਦਿੱਤੇ ਆ, ਇੱਥੇ ਤੱਕ ਰਹਿ ਗਿਆ। ਇਹਨਾਂ ਨੇ ਕਮਿਊਨਿਟੀ ਨੂੰ ਡਿਵਾਈਡ ਕਰਤਾ। ਇਹਨਾਂ ਨੇ ਹਿੰਦੂ ਸਿੱਖ ਦਾ ਮਸਲਾ ਪੈਦਾ ਕਰਤਾ ਪਹਿਲੇ ਬੰਦਿਆਂ ਨੇ। ਆਈ ਕੈਨ ਸੇ ਓਪਨਲੀ, ਇਹਨਾਂ ਨੇ ਬੰਦਿਆਂ ਨੂੰ ਵੰਡਤਾ ਧਰਮ ਦੇ ਲਿਹਾਜ਼ ਦਾ। ਇਹ ਵੋਟ ਬੈਂਕ ਬਹੁਤ ਡਿਫਰੈਂਟ ਹੋ ਗਈ ਹੈ ਬਰੈਂਪਟੋਨੀਅਨ ਦੀ। ਇਹ ਕੀਤੀ ਕਿ ਇਹਨੇ ਤੁਹਾਨੂੰ ਪਤਾ। ਔਰ ਮੈਂ ਗੱਲ ਕਰਦਾ, ਇਹ ਮੇਅਰ ਹੋਵੇ ਜਾਂ ਕੋਈ ਹੋਰ ਹੋਵੇ, ਇਹਨਾਂ ਨੂੰ ਪਬਲਿਕ ਦੇ ਬਾਰੇ ਸੋਚਣਾ ਪੈਣਾ ਔਰ ਪਬਲਿਕ ਲਈ ਸੋਚਣਾ ਪੈਣਾ। ਥੈਂਕ ਯੂ ਜੀ। ਸੋ ਮੈਂ ਬਰੈਂਪਟਨ ਦਾ ਰੈਜ਼ੀਡੈਂਟ ਹੈਗਾ, 22 ਸਾਲ ਇੱਥੇ ਹੋ ਗਏ ਆ। ਅਸੀਂ ਬੰਦੇ ਇਲੈਕਟ ਕਰੀਦੇ ਆ, ਮੈਜੋਰਿਟੀ ਵਿੱਚ ਭੇਜੀਦੇ ਹੈਗੇ ਆ, ਚਾਹੇ ਉਹ ਫੈਡਰਲ ਹੋਵੇ, ਪ੍ਰੋਵਿੰਸ਼ੀਅਲ ਹੋਵੇ, ਈਵਨ ਸਾਡੇ ਮਿਊਨਿਸਪਲ ਵਿੱਚ ਵੀ। ਲੇਕਿਨ ਸਾਨੂੰ ਜਦੋਂ ਇਲੈਕਟ ਕਰਨ ਤੋਂ ਬਾਅਦ ਸਾਨੂੰ ਕਦੀ ਉਹ ਦਿਖਾਈ ਨਹੀਂ ਦਿੱਤੇ। ਹਮੇਸ਼ਾ ਅਸੀਂ ਉਹਨਾਂ ਨੂੰ ਫੋਲੋ ਅਪ ਕਰੀਦਾ। ਲੇਕਿਨ ਹਾਂ, ਤੁਸੀਂ ਕਿਸੇ ਵਿਆਹ 'ਤੇ ਬੁਲਾਉਣਾ, ਕਿਸੇ ਬਾਰਬੇਕਿਊ 'ਤੇ ਬੁਲਾਉਣਾ ਹੈ, ਕੋਈ ਮੰਦਰਾਂ ਦੇ ਵਿੱਚ, ਗੁਰਦੁਆਰਿਆਂ ਦੇ ਵਿੱਚ ਉਹਨਾਂ ਤੋਂ ਕੋਲੋਂ ਸਰਟੀਫਿਕੇਟ ਮੰਗਾ ਲਓ, ਉਹਦੇ ਵਾਸਤੇ ਜ਼ਰੂਰ ਹੋਣਗੇ। ਲੇਕਿਨ ਜਿਹੜੇ ਸਾਡੇ ਅਸਲੀ ਮੁੱਦੇ ਹੈਗੇ ਆ, ਚਾਹੇ ਉਹ ਇਮੀਗ੍ਰੇਸ਼ਨ ਦਾ ਹੋਵੇ, ਸੇਫਟੀ ਦਾ ਹੋਵੇ, ਇਸ ਵੇਲੇ ਪੁਲਿਸ ਦਾ ਸਾਰਿਆਂ ਨਾਲੋਂ ਵੱਡਾ ਚੱਲ ਰਿਹਾ, ਹੈਲਥ ਕੇਅਰ ਜਿਹੜਾ ਇਸ ਵੇਲੇ ਆਲਰੇਡੀ ਇੱਕ ਐਮਰਜੈਂਸੀ ਵਿੱਚ ਡਿਕਲੇਅਰ ਕੀਤਾ ਹੋਇਆ ਆ। ਇਹ ਸਾਰਿਆਂ ਮੁੱਦਿਆਂ ਨੂੰ ਲੈ ਕੇ ਅੱਜ ਤੱਕ ਕੋਈ ਵੀ ਐਸਾ ਨੁਮਾਇੰਦਾ ਨਹੀਂ ਹੈਗਾ ਜਿਹੜਾ ਸਾਡੇ ਨਾਲ ਬਾਹਰ ਆ ਕੇ ਗੱਲ ਕੀਤੀ ਹੋਵੇ ਜਾਂ ਕਰਨ ਵਾਸਤੇ ਤਿਆਰ ਹੋਵੇ। ਅਸੀਂ ਅਗਰ ਉਹਨੂੰ ਪੁੱਛੀਦਾ ਆ, ਉਸ ਚੀਜ਼ ਨੂੰ, ਕੁਐਸਚਨ ਨੂੰ ਅਵੋਇਡ ਕਰਕੇ ਅੱਗੇ ਤੋਂ ਅੱਗੇ ਕਿਸੇ ਹੋਰ ਨਾ ਹੋਰ ਮਸਲੇ ਦੇ ਉੱਤੇ ਗੱਲ ਕਰਨੀ ਸ਼ੁਰੂ ਕਰ ਦੇਣਗੇ, ਨਾ ਕਿ ਜਿਹੜੇ ਐਕਚੁਅਲ ਸਾਡੇ ਬਰੈਂਪਟਨ ਦੇ ਮਸਲੇ ਹੈਗੇ ਆ। ਅਸੀਂ ਚਾਹੁੰਦੇ ਹਾਂ ਵੀ ਇਹ ਸਾਰੇ ਜਿਹੜੇ ਨੁਮਾਇੰਦੇ ਅਸੀਂ ਸਿਲੈਕਟ ਕੀਤੇ ਹੋਏ ਆ, ਇਹ ਸਾਡੇ ਵਿੱਚ ਆਉਣ, ਸਾਡੇ ਵਿੱਚ ਵਿਚਰਨ। ਜਿਹੜਾ ਉਹਨਾਂ ਦੇ ਆਫਿਸਿਸ ਖੋਲ੍ਹੇ ਆ, ਉੱਥੇ ਉਸ ਚੀਜ਼ ਨੂੰ ਕੰਮ 'ਤੇ ਲਗਾਉਣ, ਬਿਊਰੋਕ੍ਰੇਸੀ ਨੂੰ ਇਹਦੇ ਵਿੱਚ ਇਨਵੋਲਵ ਕਰਨ। ਇਹ ਇਸ਼ੂਜ਼ ਤਾਂ ਸਾਰਿਆਂ ਨੂੰ ਪਤਾ ਹੈਗੇ, ਲੇਕਿਨ ਸਾਨੂੰ ਆਵਾਜ਼ ਚਾਹੀਦੀ ਆ। ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜੇ ਨੁਮਾਇੰਦੇ ਆ, ਇਹ ਸਾਡੀ ਆਵਾਜ਼ ਲੈ ਕੇ ਸੋਲਿਊਸ਼ਨ ਲੈ ਕੇ ਆਉਣ। ਅਸੀਂ ਇੱਕ ਨਾਗਰਿਕ ਹੋਣ ਦੇ ਨਾਤੇ ਅਸੀਂ ਜਿਹੜੀ ਵੋਟ ਦਿੱਤੀ ਆ, ਅਸੀਂ ਉਸ ਵੋਟ ਦੇਣ ਦੇ ਹੱਕ ਦੇ ਵਿੱਚ ਅਸੀਂ ਉਹਨਾਂ ਤੋਂ ਮੰਗਦੇ ਹੈਗੇ ਆ ਵੀ ਸਾਨੂੰ ਸਾਡੀ ਸਿਕਿਉਰਿਟੀ, ਸਾਡੀ ਸੇਫਟੀ, ਸਾਡਾ ਹੈਲਥ ਕੇਅਰ ਸਿਸਟਮ, ਸਾਡੇ ਟਰਾਂਜ਼ਿਟ ਸਿਸਟਮ, ਇਹ ਸਾਰਿਆਂ ਨੂੰ ਅੱਛਾ ਕੀਤਾ ਜਾਵੇ, ਤਾਂ ਕਿ ਅਸੀਂ ਦੁਬਾਰਾ ਫਿਰ ਬਰੈਂਪਟਨ ਨੂੰ ਇੱਕ ਇਸ ਤਰ੍ਹਾਂ ਦਾ ਬਰੈਂਪਟਨ ਬਣਾਈਏ ਕਿ ਅਸੀਂ ਕਹਿ ਸਕੀਏ, ਸਾਨੂੰ ਨਾਜ਼ ਹੋਵੇ ਕਿ ਸਾਡੀ ਕਮਿਊਨਿਟੀਜ਼ ਇੱਥੇ ਰਹਿੰਦੀਆਂ ਆ ਔਰ ਹਰ ਕੋਈ ਸਾਨੂੰ ਇੱਕ ਐਗਜ਼ਾਮਪਲ ਦੇ ਤੌਰ 'ਤੇ ਮੰਨਦਾ ਆ। ਇਹ ਬਰੈਂਪਟਨ ਦੀਆਂ ਬਹੁਤ ਇੱਕ ਪਿਛੜਿਆ ਹੋਇਆ ਕਹਿ ਲਓ, ਇਸ ਚੀਜ਼ ਨੂੰ ਸਾਨੂੰ ਨਿਗਲੈਕਟ ਕੀਤਾ ਗਿਆ ਆ ਪਿਛਲੇ 10-12 ਸਾਲਾਂ ਤੋਂ। ਇਹ ਕੰਟੀਨਿਊਸਲੀ ਚੱਲ ਰਿਹਾ। ਅਸੀਂ ਨਹੀਂ ਚਾਹੁੰਦੇ ਵੀ ਇਹ ਟ੍ਰੈਂਡ ਜਿਹੜਾ ਇਹ ਹੋਰ ਜਾਰੀ ਰਹੇ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਨੁਮਾਇੰਦੇ ਜਿਹੜੇ ਉਹ ਇਸ ਚੀਜ਼ ਦੇ ਅਕਾਊਂਟੇਬਲ ਹੋਣ, ਸਾਨੂੰ ਐਕਸੈਸ ਹੋਵੇ ਔਰ ਸਾਡੇ ਬਰੈਂਪਟਨ ਵਾਸਤੇ ਇਹ ਕੰਮ ਕਰਨ। As a resident, I think that our elected officials should be there in their office, answering their calls whenever we call. They should be answering ASAP. We understand they're busy, but they should be calling. They should be taking care of the business of working for the people. Whether you're federal, municipal, or provincial, you're still working for the people. And that's what you should be doing, working for the people. When they call you, you do the work, you get the work done. If you're not in your office, then get back to them. Get your secretary or somebody to call them, set up an appointment. I think some officials are not working for the people, and they need to get back to that, working for the people. My views as a Canadian and as a resident of Brampton is that Brampton is currently in a state of crisis. And in order for us to be able to get past that crisis, we need to have time to actually work on the issues that are being presented to us, things like poverty, things like crime, things like transportation, housing, care for our elders, and so on. So though I understand that there's a need sometimes to invite elected officials to participate in different events, the focus should be on getting the work done that you are elected to do. Attending events and just turning up and so on takes you away from being able to finish all the tasks that you have set for yourself as a candidate or as an elected official. So
I think that there needs to be balance. I understand that sometimes there needs to be invitations to some of these events, but we have to bear in mind that the first priority is working for the people. The first priority is getting the things done that you want to get done and that you want to accomplish for your community and for your city. So I would say that there should be a reduction in the number of invitations, but the first priority will be to get things done in the city and to try to accomplish the things that you have been mandated to do and the platform that you ran on. At the end of the day, we're public servants and our job is to serve the people and to address the concerns that we were put in office to do. देखिए, मेरा ये सोचना है कि जब कोई पब्लिक सर्विस में आता है तो ये सोच के आता है कि अब उसका समय जो है वो पब्लिक के लिए है एंड ही हैज़ टू हैव टाइम अवेलेबल फॉर पब्लिक एट ऑल टाइम्स। परंतु आजकल के जो पॉलिटिशियंस वगैरह का फोकस हो गया है कि इवेंट्स में जाना, छोटे छोटे इवेंट्स और अपनी फोटो ऑप्स करवाना, दैट इज शुड नॉट बी द प्रायोरिटी फॉर अ पॉलिटिशियन। आई थिंक मैं समझता हूँ कोई भी अगर रेजिडेंट्स का छोटा बड़ा काम है उसके लिए आप खड़े हों, कोई भी परेशानी है उसके लिए आप खड़े हों, अपनी कॉन्स्टिट्यूंसी के वार्ड ऑफिस के लिए वक्त निकालें, दैट इज़ मोर इम्पॉर्टेंट। और अगर उसके लिए रेजिडेंट्स के पर्सनल इवेंट्स के लिए काउंसलर या किसी भी पॉलिटिशियन को छोड़ना भी पड़ता है तो आई थिंक उसका प्रेफरेंस बहुत साफ होना चाहिए कि वर्क की तरफ और कॉन्स्टिट्यूएंट्स की प्रॉब्लम्स की तरफ फोकस होना चाहिए, ना कि हर तरह के पर्सनल इवेंट्स को अटेंड करना ही है इवेंट्स और अटेंड तो आप ऑफिशियल इवेंट्स अटेंड करें और उसमें लोगों से मिलें और लोगों की परेशानियां समझें, दैट वुड बी द मोस्ट इम्पॉर्टेंट थिंग। तो मैं समझता हूँ दिस इज व्हाट द फोकस शुड बी। My views in this is quite clear. When you seek to run for election, you are taking the path of a servant. You're serving the residents. Everybody can do what they want, but I'll tell you, as a resident of Brampton, one of the problems I've had is not being able to get responses from our elected official. I am not going to be that counselor, if and when elected, that would spend most of his time attending events. Events are not necessarily the major part of what you do. You're voted to roll your sleeves and work and address the needs of residents. Right now, our current councillors and most of our elected officials have forgotten the reasons why they were elected. You are elected to serve. You are elected to be a servant. We have crime rates going up. Speeding is a major issue. Breaking and entering is high. Our parks are filthy. There are issues that are troubling and impacting residents of Brampton. And when you spend more time attending events, you ignore the actual issues while you're voting. You are not known for attending events. You should be more connected to residents that voted for you. Right now, there's a huge void in that. If elected and when elected, I will always be there. And the reason being, because I know personally what is getting me to running. It was because my plea were ignored. I went to my elected officials and I explained to them what the issues were. They did not respond. And if they respond, it's not timely. By the time they do, the event is either over. Our streets are filled with parks. We have neighborhoods that are falling apart. But yet, our current councillors and elected officials don't think these things are important. But I say to you, Bramptonians know they're important, very important. Performing your job effectively and efficiently means paying attention to the needs of your residents, of those whom you serve. That's the councillor I will be, and that's the councillor I am going to be. ਪੋਲੀਟੀਸ਼ੀਅਨਸ ਦੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਡਿਊਟੀਆਂ ਨੇ। ਇਵੈਂਟ ਅਟੈਂਡ ਕਰਨੇ ਜਾਂ ਧਾਰਮਿਕ ਪ੍ਰੋਗਰਾਮ ਅਟੈਂਡ ਕਰਨੇ ਜਾਂ ਕੋਈ ਵੀ ਸੋਸ਼ਲ ਇਵੈਂਟਸ ਅਟੈਂਡ ਕਰਨੇ, ਪਬਲਿਕ ਵਿਜ਼ਿਬਿਲਿਟੀ ਤਾਂ ਜ਼ਰੂਰ ਪ੍ਰੋਵਾਈਡ ਕਰਦੇ ਆ, ਪਰ ਕਿਤੇ ਇਹ ਕੰਮ ਸਮਾਂ ਖਿੱਚ ਤਾਂ ਨਹੀਂ ਰਿਹਾ ਉਹਨਾਂ ਚੀਜ਼ਾਂ ਤੋਂ ਜਿਹੜੀਆਂ ਚੀਜ਼ਾਂ ਜ਼ਰੂਰੀ ਨੇ, ਜਿਵੇਂ ਕਿ ਇਨਫਲੇਸ਼ਨ, ਕ੍ਰਾਈਮ, ਇਮੀਗ੍ਰੇਸ਼ਨ, ਜਿਹੜੇ ਟੌਪਿਕ ਸਾਰੇ ਕੈਨੇਡੀਅਨਸ ਨੂੰ ਅਫੈਕਟ ਕਰਦੇ ਆ। ਸੋ ਐਜ਼ ਅ ਕੈਨੇਡੀਅਨ ਆਪਾਂ ਨੂੰ ਸਵੈ ਪੜਚੋਲ ਕਰਨ ਦੀ ਲੋੜ ਹੈ। ਮੇਰੇ ਖਿਆਲ ਦੇ ਵਿੱਚ ਇਹ ਸੋਚੀਏ ਕਿ ਸਾਡਾ ਪੋਲੀਟੀਸ਼ੀਅਨਸ ਨੂੰ ਬਰਥਡੇ ਪਾਰਟੀਜ਼ 'ਤੇ, ਧਾਰਮਿਕ ਪ੍ਰੋਗਰਾਮਾਂ 'ਤੇ, ਆਪਣੇ ਨਿੱਜੀ ਸਮਾਗਮਾਂ 'ਤੇ ਸੱਦਣਾ ਜ਼ਰੂਰੀ ਹੈ, ਜਾਂ ਇਹਨਾਂ ਤੋਂ
ਜਿਹੜੇ ਕੰਮ ਲਈ ਚੁਣ ਕੇ ਭੇਜਿਆ ਗਿਆ ਹੈ ਉਸ ਕੰਮ ਲਈ ਇਹਨਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਹੈ। ਸੋ ਮੈਂ ਆਸ ਕਰਦਾ ਕਿ ਤੁਸੀਂ ਇਹ 'ਤੇ ਜ਼ਰੂਰ ਸਵੈ ਪੜਚੋਲ ਕਰੋਗੇ ਔਰ ਜਿਹੜੇ ਵੀ ਸਿਆਸਤਦਾਨ ਨੇ, ਭਾਵੇਂ ਉਹ ਕਾਉਂਸਲਰ, ਭਾਵੇਂ ਉਹ MPP ਜਾਂ MPs ਨੇ, ਜਿਹੜੀ ਵੀ ਪਾਰਟੀ ਦੇ ਨੇ, ਉਹਨਾਂ ਤੋਂ ਉਹਨਾਂ ਦੇ ਕੰਮਾਂ ਦੀ ਜਵਾਬਦੇਹੀ ਪਹਿਲਾਂ ਔਰ ਆਪਣੇ ਪ੍ਰੋਗਰਾਮਾਂ ਦੀ ਅਟੈਂਡੈਂਸ ਬਾਅਦ ਚੋਂ ਲਾਓਗੇ। ਧੰਨਵਾਦ। Well, it's an interesting question, and that's part of the reason why I'm not running in the next municipal election, because family life is important, and trying to get that family life balance is critical, especially if you've got a young family. I have found over 8 years that I get invited to an enormous number of events, and I found in the first 4 years that I attended almost every single event I could, and that's just a self-fulfilling prophecy, because the more events you attend, the more people invite you to more events. And eventually you'll find that, you're spending more and more time after work, more and more time on weekends, at individual events, at picnics, at birthday parties, at anniversaries. And you really need to find a balance of what you can attend and what you can't attend. With technology today, there's all sorts of options for video, for email. You don't have to necessarily be there in person anymore. You can send a message. So yeah, all politicians need to start looking at that, because again, the family life balance is so critical. ਦੇਖੋ ਜੀ, ਬਹੁਤ ਹੀ ਇੰਪੋਰਟੈਂਟ ਸਵਾਲ ਹੈ ਔਰ ਬੜੀ ਇਸ ਵੇਲੇ ਸਿਚੁਏਸ਼ਨ ਆ ਹੁੰਦੀ ਜਾ ਰਹੀ ਹੈ ਕਿ ਜਿਹੜੇ ਇਲੈਕਟਿਡ ਆਫੀਸ਼ੀਅਲਸ ਨੇ ਉਹਨਾਂ ਦੇ ਉੱਤੇ ਕਾਫੀ ਜ਼ਿਆਦਾ ਜ਼ਿੰਮੇਵਾਰੀਆਂ ਔਰ ਐਕਸਪੈਕਟੇਸ਼ਨਸ ਕਮਿਊਨਿਟੀ ਵੱਲੋਂ ਦੇਖਣ ਨੂੰ ਮਿਲਦੀਆਂ ਨੇ। ਸਾਡੇ ਭਾਈਚਾਰੇ ਵਿੱਚ ਆਮ ਤੌਰ ਤੇ ਬੜਾ ਪਪੂਲਰ ਹੈ, ਜਗ ਜ਼ਾਹਿਰ ਹੈ ਕਿ ਅਸੀਂ ਹਰ ਛੋਟੇ ਤੋਂ ਵੱਡੇ ਈਵੈਂਟ ਤੇ ਜਿੰਨੀ ਦੇਰ ਤੱਕ ਆਪਣੇ ਏਰੀਆ ਦੇ MP, MPP, ਮੰਤਰੀ, ਕਾਉਂਸਲਰ, ਮੇਅਰ ਨੂੰ ਨਾ ਬੁਲਾ ਲਈਏ, ਸਾਨੂੰ ਲੱਗਦਾ ਕਿ ਸਾਡਾ ਈਵੈਂਟ ਸਫਲ ਨਹੀਂ ਹੋਇਆ ਜਾਂ ਸਾਡਾ ਕੋਈ ਹੋਂਦ ਨਹੀਂ ਹੈਗੀ ਸਾਡੀ ਕਮਿਊਨਿਟੀ ਦੇ ਵਿੱਚ। ਸੋ ਮੈਂ ਸਮਝਦਾ ਕਿ ਇਹਦਾ ਖਮਿਆਜਾ ਅਲਟੀਮੇਟਲੀ ਆਮ ਲੋਕਾਂ ਨੂੰ, ਟੈਕਸ ਪੇਅਰਸ ਨੂੰ ਭੁਗਤਣਾ ਪੈਂਦਾ ਹੈ, ਕਿਉਂਕਿ ਉਹੀ ਜਿਹੜਾ ਇਲੈਕਟਿਡ ਆਫੀਸ਼ੀਅਲ ਜਿਹਨੇ ਆਪਣੇ ਟਾਈਮ, ਐਨਰਜੀ ਔਰ ਆਪਣੀਆਂ ਜਿਹੜੀਆਂ ਐਫਰਟਸ ਨੇ ਤੁਹਾਡੇ ਮੁੱਦਿਆਂ ਨੂੰ ਰਿਜ਼ੋਲਵ ਕਰਨ ਤੇ ਸਪੈਂਡ ਕਰਨਾ ਹੈ, ਉਹ ਪ੍ਰੈਸ਼ੀਅਸ ਟਾਈਮ ਤੁਹਾਡੇ ਈਵੈਂਟਸ ਤੇ ਆ ਕੇ, ਚਾਹੇ ਉਹਦਾ ਮਨ ਕਰਦਾ ਹੋਵੇ ਜਾਂ ਨਾ ਕਰਦਾ ਹੋਵੇ, ਮਜਬੂਰੀ 'ਚ ਆਉਣਾ ਪੈਂਦਾ ਹੈ। ਜੇ ਉਹ ਟਾਈਮ ਸਪੈਂਡ ਨਾ ਕਰੇ, ਫਿਰ ਉਹਦੀ ਦੂਸਰੇ ਪਾਸੇ ਬਦਨਾਮੀ ਹੁੰਦੀ ਹੈ ਕਿ ਜੀ ਆਹ ਤਾਂ ਲੋਕਾਂ ਵਿੱਚ ਰਲਦਾ ਨਹੀਂ ਹੈ ਜਾਂ ਲੋਕਾਂ ਨੂੰ ਮਿਲਣਾ ਨਹੀਂ ਚਾਹੁੰਦਾ। ਜੇ ਉਹ ਆਉਂਦਾ ਹੈ ਤੇ ਉਹ ਜਿਹੜਾ ਆਪਣਾ ਪ੍ਰੈਸ਼ੀਅਸ ਟਾਈਮ ਹੈ ਜਿਹੜਾ ਰਿਜ਼ੋਲਵ ਕਰਨੇ ਇਸ਼ੂਜ਼ ਦੇ, ਉਹਨਾਂ ਤੋਂ ਮਿਸ ਕਰਦਾ। ਨੋ ਡਾਊਟ ਬਹੁਤ ਸਾਰੇ ਇਲੈਕਟਿਡ ਆਫੀਸ਼ੀਅਲਸ ਕੋਲ ਸਟਾਫ ਵੀ ਹੁੰਦਾ ਹੈ, ਸਟਾਫ ਵੀ ਬੜਾ ਵੈਲ ਕੁਆਲੀਫਾਈਡ ਹੁੰਦਾ ਹੈ, ਲੇਕਿਨ ਫਿਰ ਵੀ ਕਿਉਂਕਿ ਇਲੈਕਟਿਡ ਆਫੀਸ਼ੀਅਲਸ ਨੇ ਅਲਟੀਮੇਟਲੀ ਡਿਸਾਈਡ ਕਰਨਾ ਹੈ, ਵੋਟ ਪਾਣੀ ਹੈ, ਨਵੇਂ ਕਾਨੂੰਨ ਬਣਾਉਣੇ ਨੇ, ਨਵੇਂ ਬਾਇਲਾਜ਼ ਬਣਾਉਣੇ ਨੇ। ਸੋ ਮੈਨੂੰ ਲੱਗਦਾ ਹੈ ਕਿ ਇੱਕ ਡੈਲੀਕੇਟ ਬੈਲੈਂਸ ਜਿਹੜਾ ਵਰਕ ਲਾਈਫ ਔਰ ਪਬਲਿਕ ਜਿਹੜੀ ਕਮਿਟਮੈਂਟ ਆ ਉਹਦੇ ਵਿੱਚ ਜ਼ਰੂਰ ਹੋਣਾ ਚਾਹੀਦਾ। ਦੇਖੋ, ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੈ ਕਿ ਲੋਕਾਂ ਨੂੰ ਜਿਹੜੇ ਉਹਨਾਂ ਦੇ ਇਸ਼ੂਜ਼ ਦੇ ਸੋਲੂਸ਼ਨ ਨਹੀਂ ਦੇਖਣ ਨੂੰ ਮਿਲ ਰਹੇ। ਇਸ ਕਾਰਨ ਜਿਸ ਲਈ ਅਸੀਂ ਇਲੈਕਟਿਡ ਆਫੀਸ਼ੀਅਲਸ ਨੂੰ ਵੱਖਰੇ ਵੱਖਰੇ ਰਿਬਨ ਕਟਿੰਗ ਤੇ, ਵੱਖਰੇ ਵੱਖਰੇ ਮੈਰਿਜ, ਬਰਥਡੇ ਪਾਰਟੀਜ਼ ਔਰ ਇਸ ਤਰ੍ਹਾਂ ਦੇ ਇਵੈਂਟਸ ਤੇ ਦੇਖਦੇ ਹਾਂ, ਅਸੀਂ ਉਹਨਾਂ ਨੂੰ ਕੰਪੇਅਰ ਕਰਨਾ ਸ਼ੁਰੂ ਕਰ ਦਿੰਦੇ ਕਿ ਜੀ ਸਾਡੇ ਇਸ਼ੂਜ਼ ਤਾਂ ਰਿਜ਼ੋਲਵ ਨਹੀਂ ਹੋ ਰਹੇ ਤੇ ਆਹ ਲੋਕ ਇੱਧਰ ਉੱਧਰ ਆਪਣੀਆਂ ਫੋਟੋ ਆਪ ਖਿਚਾ ਰਹੇ ਨੇ। ਸੋ ਨੋ ਡਾਊਟ, ਜਿਸ ਤਰ੍ਹਾਂ ਮੈਂ ਪਹਿਲਾਂ ਬੇਨਤੀ ਕੀਤੀ ਕਿ ਡੈਲੀਕੇਟ ਬੈਲੈਂਸ ਬੜਾ ਜ਼ਰੂਰੀ ਹੈ। ਲੋਕਾਂ ਦੇ ਇਸ਼ੂਜ਼ ਦੂਰ ਹੋਣੇ ਚਾਹੀਦੇ ਨੇ, ਲੋਕਾਂ ਨੂੰ ਬਣਦੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ, ਔਰ ਸਾਡੇ ਇਲੈਕਟਿਡ ਆਫੀਸ਼ੀਅਲਸ ਐਟ ਦ ਸੇਮ ਟਾਈਮ ਅਕਾਊਂਟੇਬਲ ਵੀ ਹੋਣੇ ਚਾਹੀਦੇ ਨੇ। ਜੇ ਅੱਜ ਕਾਰ ਜੈਕਿੰਗ ਦਾ ਇਨਸੀਡੈਂਟ ਅੱਜ ਹੋ ਰਿਹਾ ਹੈ ਔਰ ਜੇ ਸਾਡੇ ਇਲੈਕਟਿਡ ਆਫੀਸ਼ੀਅਲ ਹਫਤੇ ਬਾਅਦ ਕੋਈ ਬਿਆਨ ਦਿੰਦੇ ਨੇ, ਫਿਰ ਦੈਨ ਇਟ ਡਜ਼ਨਟ ਮੀਨ ਐਨੀਥਿੰਗ, ਕਿਉਂਕਿ ਉਹਨਾਂ ਨੂੰ ਅਸੀਂ ਚੁਣ ਕੇ ਭੇਜਿਆ ਹੈ। ਦੇ ਆਰ ਪੇਡ ਫॉर देयर रिप्रेजेंटेशन एंड फाइंडिंग सोल्यूशन। देखो, कार जैकिंग की गल कर लो, दिन दिहाड़े ਜਿਹੜੇ ਅੱਜਕੱਲ ਵਾਇਲੈਂਟ ਅਟੈਕਸ ਹੋ ਰਹੇ ਨੇ, ਚੋਰੀਆਂ ਹੋ ਰਹੀਆਂ ਨੇ, ਡਕੈਤੀਆਂ ਹੋ ਰਹੀਆਂ ਨੇ, ਇਹਦੇ ਵਿੱਚ ਬਿਲਕੁਲ ਤੁਸੀਂ ਠੀਕ ਕਿਹਾ ਕਿ ਇਲੈਕਟਿਡ ਆਫੀਸ਼ੀਅਲਸ ਦੇ ਜਿਹੜੇ ਬਿਆਨ ਜੇ ਆਉਂਦੇ ਵੀ ਨੇ, ਉਹ ਇੱਕ ਤਰ੍ਹਾਂ ਦਾ ਗੋਂਗਣਾ ਤੋਂ ਮਿੱਟੀ ਸਿੱਟਣ ਵਾਲਾ ਹਿਸਾਬ ਹੁੰਦਾ ਹੈ। ਇੱਕ ਟੈਂਪਰੇਰੀ ਇੱਕ ਹੈਡਲਾਈਨ ਸਿਕਿਉਰ ਕਰਨ ਲਈ ਬਿਆਨ ਦੇ ਦਿੱਤਾ ਜਾਂਦਾ ਹੈ, ਲੇਕਿਨ ਫੋਲੋ ਅਪ ਨਹੀਂ ਕੀਤਾ ਜਾਂਦਾ। ਲਾਅ ਐਨਫੋਰਸਮੈਂਟ ਨੂੰ ਫੋਲੋ ਅਪ ਬੜਾ ਜ਼ਰੂਰੀ ਹੈ ਇਲੈਕਟਿਡ ਆਫੀਸ਼ੀਅਲਸ ਦਾ, ਕਿਉਂਕਿ ਜੇ ਸਾਡੇ ਚੁਣੇ ਹੋਏ ਨੁਮਾਇੰਦੇ ਪ੍ਰੈਸ਼ਰ ਪਾਉਣਗੇ, ਉਹਨਾਂ ਨੂੰ ਪੁੱਛਣਗੇ ਕਿ ਇਸ ਇਨਵੈਸਟੀਗੇਸ਼ਨ ਦਾ ਕੀ ਹੋ ਰਿਹਾ, ਕਿੱਥੋਂ ਤੱਕ ਪਹੁੰਚੀ, ਉਨੀ ਦੇਰ ਤੱਕ ਜਿਹੜੇ ਸੋਲੂਸ਼ਨਸ ਨੇ ਜਾਂ ਜਿਹੜੇ ਇਸ ਤਰ੍ਹਾਂ ਦੇ ਗੈਂਗਸਟਰਸ ਨੇ ਜਾਂ ਜਿਹੜੇ ਕ੍ਰਿਮੀਨਲਸ ਨੇ, ਉਹਨਾਂ ਨੂੰ ਨੁਕੇਲ ਪਾਣੀ ਬੜੀ ਔਖੀ ਹੋ ਜਾਣੀ ਹੈ। ਕਿਉਂਕਿ ਲੋਕਾਂ ਦਾ ਸਿੱਧਾ ਸੰਪਰਕ ਇਲੈਕਟਿਡ ਆਫੀਸ਼ੀਅਲ ਨਾਲ ਹੈ। ਲੋਕਾਂ ਨੇ ਪੁਲਿਸ ਨੂੰ ਚੁਣ ਕੇ ਨਹੀਂ ਭੇਜਿਆ, ਲੋਕਾਂ ਨੇ ਆਪਣੇ ਲੋਕਲ ਕਾਉਂਸਲਰ, MPP ਔਰ MP ਨੂੰ ਵੋਟ ਪਾ ਕੇ ਭੇਜਿਆ ਕਿ ਉਹ ਸਾਡੇ ਮੁੱਦਿਆਂ ਨੂੰ ਰਿਜ਼ੋਲਵ ਕਰਨ। ਬਿਲਕੁਲ ਜੀ। ਦੇਖੋ, ਚਾਹੇ ਉਹ ਫੈਡਰਲ ਲੈਵਲ ਦਾ ਬੰਦਾ ਹੈ, ਚਾਹੇ ਉਹ ਲੋਕਲ ਬੰਦਾ ਹੈ, ਅਲਟੀਮੇਟਲੀ ਉਹਨਾਂ ਨੇ ਪਬਲਿਕ ਵਾਸਤੇ ਕੰਮ ਕਰਨਾ ਹੈ। ਅਤੇ ਜੇ ਤੁਸੀਂ ਪਬਲਿਕ ਨੂੰ ਹੀ ਸਰਵ ਨਹੀਂ ਕਰ ਸਕਦੇ ਤਾਂ ਉਸ ਪੋਸਟ ਦਾ ਜਾਂ ਉਸ ਬੰਦੇ ਦਾ ਕੀ ਫਾਇਦਾ ਹੈ। ਬਾਕੀ ਰਹੀ ਗੱਲ ਬਰਥਡੇ ਪਾਰਟੀ ਦੀ ਜਾਂ ਫੰਕਸ਼ਨਸ ਦੀ, ਹਾਂ ਮੈਂ ਮੰਨਦਾ ਕਿ ਕੁਛ ਹੱਦ ਤੱਕ ਇਹਨਾਂ ਨੂੰ ਜਾਣਾ ਪੈਂਦਾ ਦਿਖਾਉਣ ਵਾਸਤੇ, ਬਟ ਇਸ ਹੱਦ ਤੱਕ ਨਾ ਜਾਣਾ ਪਏ ਕਿ ਤੁਸੀਂ ਜਿਹੜੇ ਮੇਨ ਮੁੱਦੇ ਚੱਲ ਰਹੇ ਨੇ ਤੁਹਾਡੇ ਸ਼ਹਿਰ 'ਚ ਜਾਂ ਤੁਹਾਡੇ ਪ੍ਰੋਵਿੰਸ 'ਚ, ਤੁਸੀਂ ਉਹਨਾਂ ਵੱਲ ਨਾ ਧਿਆਨ ਦੇ ਸਕੋ। ਕਿਉਂਕਿ ਅਲਟੀਮੇਟਲੀ ਆਪਾਂ ਕਹਿੰਦੇ ਹਾਂ ਬਾਈ ਦ ਪੀਪਲ ਫॉर ਦ ਪੀਪਲ ਡੈਮੋਕ੍ਰੇਸੀ ਹੈ। ਜੇ ਉਹੀ ਨਹੀਂ ਕਰਨਾ ਅਤੇ ਸਿਰਫ ਬਰਥਡੇ ਪਾਰਟੀਆਂ ਜਾਂ ਫੰਕਸ਼ਨਸ 'ਤੇ ਹੀ ਜਾਣਾ ਹੈ, ਅਤੇ ਫਿਰ ਪੋਲੀਟੀਸ਼ੀਅਨ ਦਾ ਅਤੇ ਮੇਰੇ 'ਚ ਕੀ ਡਿਫਰੈਂਸ ਰਹਿ ਗਿਆ। ਰੈਜ਼ੀਡੈਂਟਸ ਦੀ ਵੀ ਰਿਸਪੋਂਸੀਬਿਲਿਟੀ ਬਣਦੀ ਹੈ ਕਿ
ਇੱਕ ਤਾਂ ਉਹਨਾਂ ਨੂੰ ਸਿਰਫ ਤਾਂ ਬੁਲਾਇਆ ਜਾਏ ਜੇ ਕਿ ਹਾਂ ਜਾਂ ਤਾਂ ਅਨਲੈਸ ਤੁਹਾਡਾ ਉਹ ਰਿਸ਼ਤੇਦਾਰ ਹੈ ਜਾਂ ਤੁਹਾਡੀ ਇੰਨੀ ਵੱਡੀ ਫੰਕਸ਼ਨੈਲਿਟੀ ਹੈ ਕਿ ਪਬਲਿਕ ਗੈਦਰਿੰਗ ਵਾਸਤੇ ਤੁਹਾਨੂੰ ਉਹ ਬੰਦਾ ਚਾਹੀਦਾ ਹੈ। ਬਟ ਬਰਥਡੇ ਪਾਰਟੀ ਵਾਸਤੇ ਜਾਂ ਮੈਂ ਤਾਂ ਇਹ ਵੀ ਕਹਾਂਗਾ ਪਾਠ ਦੇ ਭੋਗ ਵਾਸਤੇ ਕਿਸੇ ਇੱਦਾਂ ਦੇ ਬੰਦੇ ਨੂੰ ਤੁਸੀਂ ਬੁਲਾਓ ਕਿ ਜੋ ਆਪਣਾ ਟਾਈਮ ਛੱਡ ਕੇ ਪਬਲਿਕ ਸਰਵਿਸ ਦਾ ਟਾਈਮ ਛੱਡ ਕੇ ਤੇ ਤੁਹਾਡੇ ਫੰਕਸ਼ਨ 'ਤੇ ਆ ਕੇ ਆਪਣਾ ਟਾਈਮ ਵੇਸਟ ਕਰ ਰਿਹਾ ਹੈ ਇੰਸਟੈਡ ਆਫ ਲੋਕਾਂ ਦੀ ਮਦਦ ਕਰਨ ਵਾਸਤੇ, ਚੰਗੇ ਮੁੱਦੇ ਉਠਾਉਣ ਵਾਸਤੇ, ਉਹਦਾ ਕੋਈ ਫਾਇਦਾ नहीं है। और सको लोगों का नुकसान ही कर रहे। सो इस चीज़ में जहाँ तक की बात है पर्सनल फैमिली लाइफ की, सबसे पहले मैं इस पे कहना चाहूँगा कि जो भी रिप्रेजेंटेटिव है हु इज़ रिप्रेजेंटिंग द पब्लिक, चाहे वो एमपीपी है, एमपी है, मेयर है, काउंसलर है, ट्रस्टी है, वो कैंडिडेट सामने आने चाहिए हु कैन गिव देयर 100% टू द कम्युनिटी। फैमिली लाइफ ठीक है, दैट्स इम्पोर्टेंट, बट दे शुड कंसिडर देयर सिचुएशन कि भाई तुम कम्युनिटी को कितना ज़्यादा दे सकते हो। दूसरी बात यह है कि जो पर्सनल इवेंट्स हैं जैसे किसी की, उसकी बजाय दे ओ द रिस्पॉन्सिबिलिटी टू द कम्युनिटी। कम्युनिटी के मामलों में उन्होंने अपना टाइम स्पेंड करना चाहिए, जैसे कि ऑटो थेफ्ट है, क्योंकि इसमें क्या है कि जो पुलिस ऑफिसर्स हैं या जो भी हैं हमारे रिप्रेजेंटेटिव हैं, इस चीज़ को दे आर नॉट टेकिंग इन प्रायोरिटी। दूसरा ये है कि क्राइम है, क्राइम का भी यही है कि वो प्रायोरिटी में नहीं ले रहे हैं, दे आर स्पेंडिंग देयर टाइम इन पर्सनल इवेंट्स। तो इसमें लोगों को भी और जो हमारे रिप्रेजेंटेटिव हैं उनको भी वो करना चाहिए कि ये सोचना चाहिए वाई वी आर इलेक्टेड एंड पीपल शुड थिंक दैट वाई वी हैव इलेक्टेड दैम। तो अपने वर्क को, कम्युनिटी को इन्होंने प्रायोरिटी देनी चाहिए, न कि किसी पर्सनल इवेंट को। बिल्कुल, आपने जो टॉपिक उठाया है बहुत अच्छा टॉपिक उठाया है, और देखने में ये गया है कि जो हमारे रिप्रेजेंटेटिव हैं चाहे वो किसी भी लेवल के हो, वो सारे इवेंट्स में बिजी होते हैं, एक के बाद मंडे टू संडे कहूँगा मैं, 24 घंटे बिजी होते हैं। उनके पास हमारे लिए काम करने का टाइम नहीं है, तो हमने उनको आंसरेबल बुलाना, उनकी ट्रांसपेरेंसी चाहिए। तो इसके लिए मैं आप जनता से यही कहूँगा, मैं लोगों से यही कहूँगा कि प्लीज़ आप उनको काम करने दें और उनको सिर्फ मुद्दों पर उनको इनवाइट करिए, उनको टाउन हॉल में बुलाइए, उनको पार्क में बुलाइए, जो आपके कम्युनिटी के इश्यू हैं, जो भी इश्यूज हैं उनको आगे लेके आइए। और उन्होंने भी जो रिप्रेजेंटेटिव उन्होंने उन्हीं इवेंट्स में आना चाहिए जहाँ पे कम्युनिटी के इश्यूज हैं, और जो पर्सनल इवेंट्स हैं मैं कहूँगा उन्होंने बिल्कुल नहीं जाना चाहिए, और हमेशा कम्युनिटी के लिए काम करना चाहिए, ताकि कम्युनिटी वी गेट टुगेदर एंड कम्युनिटी इश्यूज आर सॉल्व्ड। थैंक यू। ਜਿੱਦਾਂ ਅਸੀਂ ਲੋਕਾਂ ਦੇ ਵਿਊਜ਼ ਲਿੱਤੇ, ਹਰ ਕਿਸੇ ਦਾ ਆਪਣਾ ਆਪਣਾ ਇੱਕ ਪੱਖ ਹੈ, ਇੱਕ ਵਿਊ ਹੈ। ਸੋ ਉਮੀਦ ਹੈ ਪ੍ਰੋਗਰਾਮ ਅੱਛਾ ਲੱਗਾ ਹੋਏਗਾ। ਤੁਸੀਂ ਵੀ ਆਪਣੇ ਕਮੈਂਟਸ ਵਿਊਜ਼ ਦੱਸੋ ਕਿ ਜਿਨ੍ਹਾਂ ਨੂੰ ਚੁਣ ਕੇ ਭੇਜਿਆ ਉਹਨਾਂ ਨੂੰ ਅਕਾਊਂਟੇਬਲ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ, ਉਹਨਾਂ ਨੂੰ ਹਰ ਕੋਈ ਮੀਡੀਆ ਤੇ ਜਾ ਕੇ ਗੱਲਬਾਤ ਕਰਨੀ ਚਾਹੀਦੀ ਕਿ ਨਹੀਂ। ਰੀਸੈਂਟ ਇਸ਼ੂਜ਼ ਮੁੱਦਿਆਂ ਤੇ ਅੱਜ ਇੱਕ ਮੁੱਦਾ ਹੈ, ਕੱਲ੍ਹ ਨੂੰ ਖਤਮ ਹੋ ਜਾਂਦਾ, ਕੱਲ੍ਹ ਨੂੰ ਨਵਾਂ ਮੁੱਦਾ ਹੈ। ਅਗਰ ਪਲਾਜ਼ਿਆਂ 'ਚ ਲੜਾਈਆਂ ਹੁੰਦੀਆਂ, ਅਗਰ ਕਿਸੇ ਦੇ ਇੱਥੇ ਇੰਸ਼ੋਰੈਂਸ ਦਾ ਮੁੱਦਾ ਹੈ, ਇੱਥੇ ਹਾਈ ਇੰਸ਼ੋਰੈਂਸ ਰੇਟ ਹੈ, ਅਸੀਂ ਕਦ ਆਪਣੇ ਚੁਣੇ ਹੋਏ ਨੁਮਾਇੰਦਿਆਂ ਤੋਂ ਅਕਾਊਂਟੇਬਿਲਟੀ ਲਵਾਂਗੇ। ਸਾਡਾ ਤੁਹਾਡਾ ਸਾਰਿਆਂ ਦਾ ਫਰਜ਼ ਹੈ। ਉਮੀਦ ਹੈ ਪ੍ਰੋਗਰਾਮ ਅੱਛਾ ਲੱਗਾ ਹੋਏਗਾ। ਫਿਰ ਕਿਸੇ ਪ੍ਰੋਗਰਾਮ ਨਾਲ, ਕਿਸੇ ਟੌਪਿਕ ਨਾਲ ਰੂਬਰੂ ਹੋਵਾਂਗੇ। ਦੇਖਦੇ ਰਹੋ ਪ੍ਰਾਈਮ ਏਸ਼ੀਆ, ਤੁਹਾਡਾ ਆਪਣਾ, ਤੁਹਾਡੇ ਲਈ।